ਲੋਕ ਕਹਿੰਦੇ ਆ ਸਿੱਖ ਧਰਮ ਅਲੱਗ ਹੈ, ਮੁਸਲਿਮ ਧਰਮ ਅਲੱਗ ਹੈ, ਹਿੰਦੂ ਧਰਮ ਅਲੱਗ ਹੈ। ਮੈਂ ਇੱਕ ਐਸੀ ਗੱਲ ਦੱਸਣ ਲੱਗਾ ਜਿਹਦੇ ਵਿੱਚ ਉੱਪਰ ਸਾਰੇ ਧਰਮ ਇੱਕ ਸੋਚ ਲੈ ਕੇ ਇਕੱਠੇ ਹੋ ਜਾਂਦੇ ਆ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਚਮਕੌਰ ਦੀ ਗੜੀ ਦੇ ਵਿੱਚ, ਤੇ ਉਸ ਟਾਈਮ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਰਵਾਨਾ ਹੋ ਰਹੇ ਨੇ, ਉਹਨਾਂ ਦਾ ਘੋੜਾ ਅੱਗੇ ਜਾਣ ਲਈ ਤਿਆਰ ਨਹੀਂ, ਤੇ ਉਤਰ ਕੇ ਦੇਖਦੇ ਨੇ ਕਿ ਕੀ ਗੱਲ ਹੈ, ਸਾਹਮਣੇ ਕੀ ਹੈ, ਤੇ ਅਚਾਨਕ ਅਰਸ਼ੀ ਬਿਜਲੀ ਜਿਹੜੀ ਹੈ ਚਮਕਦੀ ਹੈ, ਅਸਮਾਨੀ ਬਿਜਲੀ ਚਮਕਦੀ ਹੈ, ਤੇ ਚਮਕਦੇ ਨਾਲ ਪਤਾ ਲੱਗਦਾ ਹੈ ਕਿ ਇਹ ਸ਼ਹੀਦਾਂ ਦਾ ਮੈਦਾਨ ਹੈ। ਇਹ ਉਹ ਮੈਦਾਨ ਆ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ। ਮੈਂ ਗੱਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਉਹ ਆਪਣੀ ਜੁੱਤੀਆਂ ਉਤਾਰਦੇ ਆ ਤੇ ਹੱਥ 'ਚ ਫੜ ਕੇ ਉਹ ਜਦੋਂ ਲੰਘਦੇ ਆ ਤੇ ਸਿੰਘ ਪੁੱਛਦੇ ਨੇ ਕਿ ਹਜ਼ੂਰ ਇਦਾਂ ਕਿਉਂ ਕੀਤਾ, ਤਾਂ ਉਹ ਕਹਿੰਦੇ ਕਿ ਇਹ ਸ਼ਹੀਦ ਨੇ, ਕਿਤੇ ਮੇਰੇ ਕੋਲ ਇਹਨਾਂ ਦੀ ਬੇਅਦਬੀ ਨਾ ਹੋ ਜਾਵੇ ਤੇ ਮੇਰੇ ਜੋੜੇ ਨਾ ਇਹਨਾਂ ਨੂੰ ਲੱਗ ਜਾਣ। ਅਗਲਾ ਸਵਾਲ ਫਿਰ ਸਿੰਘ ਕਰਦੇ ਨੇ ਕਿ ਜੀ ਮਹਾਰਾਜ ਤੁਹਾਡੇ ਬੱਚੇ ਨੇ, ਤੁਹਾਡੇ ਪੁੱਤਰ ਨੇ, ਆਪਾਂ ਇਹਨਾਂ ਤੇ ਕੱਪੜਾ ਤਾਂ ਪਾ ਦਈਏ, ਦੋ ਨੇ ਨਾ। ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਅਗਲੀ ਗੱਲ ਕਰਦੇ ਨੇ ਕਿ ਸਿੰਘੋ ਸਾਡੇ ਕੋਲ ਕੱਪੜਾ ਬੜਾ ਘੱਟ ਹੈ, ਪਰ ਮੇਰੇ ਸ਼ਹੀਦਾਂ ਦੀ ਫੌਜ ਬੜੀ ਲੰਬੀ ਹੈ। ਜਿਹੜੇ ਇਸ ਸੰਘਰਸ਼ ਦੇ ਵਿੱਚ ਲੜਾਈ ਲੜਦੇ ਕਿਸਾਨਾਂ ਦੇ, ਇਨਸਾਨਾਂ ਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਚਾਹੇ ਕੋਈ ਟਰਾਲੀਓਂ ਡਿੱਗਿਆ, ਚਾਹੇ ਕੋਈ ਹਾਰਟ ਅਟੈਕ ਨਾਲ ਹੋਇਆ, ਸ਼ਹੀਦ ਨੇ। ਤੇ ਉਹ ਮੇਰਾ ਯਕੀਨ ਹੈ ਕਿ ਉਹ ਜੰਨਤੀ ਨੇ, ਉਹ ਜੰਨਤ ਦੇ ਵਿੱਚ ਜਾਣਗੇ। ਇੱਕ ਸਰਕਾਰ ਹੁੰਦੀ ਆ ਹੈਂਡਮੇਡ, ਜਿਹਨੂੰ ਆਪਾਂ ਹੱਥੀਂ ਚੁਣਦੇ ਆ। ਇੱਕ ਚੀਜ਼ ਹੁੰਦੀ ਹੈ ਰੈਡੀਮੇਡ। ਇਹ EVM ਦੀ ਰੈਡੀਮੇਡ ਸਰਕਾਰ ਹੈ, ਇਹ ਹੈਂਡਮੇਡ ਸਰਕਾਰ ਨਹੀਂ ਹੈ। ਠੀਕ ਹੈ, ਹੈਂਡਮੇਡ ਸਰਕਾਰ ਹੁੰਦੀ ਨਾ ਤੇ ਉਹ ਸਾਡੇ ਤੇ ਜ਼ਬਰ ਜ਼ੁਲਮ ਨਾ ਕਰਦੀ। ਇਹ EVM ਮਸ਼ੀਨ ਦੀ ਪੈਦਾਇਸ਼ ਹੈ। ਤੇ ਮੈਂ ਤੁਹਾਨੂੰ ਇਹ ਡੇਲੀ ਪੋਸਟ ਵਾਲਿਆਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਇਹਨੂੰ ਹਾਈਲਾਈਟ ਕਰੋ ਕਿ EVM ਦਾ ਬਾਈਕਾਟ ਹੋਣਾ ਚਾਹੀਦਾ ਇਸੇ ਸੰਘਰਸ਼ ਦੇ ਵਿੱਚ। ਹੱਕ ਦੀ ਲੜਾਈ ਇਹ ਹੱਕ ਅਸੀਂ ਖੋ ਕੇ ਲੈਣਾ, ਆਓ ਸਾਰੇ ਵਾਅਦਾ ਕਰੋ ਇਕਜੁੱਟ ਹੋ ਕੇ ਰਹਿਣਾ, ਆਓ ਸਾਰੇ ਵਾਅਦਾ ਕਰੋ ਇਕਜੁੱਟ ਹੋ ਕੇ ਰਹਿਣਾ। ਇਕੱਠੀ ਲਲਕਾਰ ਜਦੋਂ ਵਜੂ ਜਗਦੀ, ਉਹ ਜਦੋਂ ਵਜੂ ਜਗਦੀ, ਉਹ ਦਿੱਲੀ ਮਾਫੀ ਮੰਗੂ, ਦਿੱਲੀ ਮਾਫੀ ਮੰਗੂ, ਮੋਦੀ ਮਾਫੀ ਮੰਗੂ ਆ ਕੇ ਮੈਨੂੰ ਸੌਂ ਰੱਬ ਦੀ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ। ਇਸ ਵਕਤ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਅੱਜ ਇੱਥੇ ਸਰਦਾਰ ਅਲੀ ਪਹੁੰਚੇ ਨੇ, ਸਟੇਜ ਦੇ ਉੱਤੇ ਵੀ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ, ਕਿਉਂਕਿ ਪਿਛਲੇ ਵਾਰ ਵੀ ਪਹੁੰਚੇ ਸੀ, ਅਸੀਂ ਉਦੋਂ ਵੀ ਗੱਲਬਾਤ ਕਰੀ ਸੀ ਇਹਨਾਂ ਨਾਲ, ਕਿਉਂਕਿ ਸਿੰਗਰਾਂ ਦੀ ਅਹਿਮ ਭੂਮਿਕਾ ਰਹੀ ਹੈ। ਇਹਨਾਂ ਤੋਂ ਜਿਹੜਾ ਯੂਥ ਹੈ ਉਹ ਸੇਹ ਲੈਂਦਾ, ਤੇ ਹੁਣ ਜਿਹੜੀ ਗਾਇਕੀ ਹੈ ਉਹਦਾ ਵੀ ਦੌਰ ਲਗਾਤਾਰ ਜਿਵੇਂ ਚੇਂਜਿਸ ਬਹੁਤ ਆਈਆਂ ਗਾਇਕੀ, ਜਿੱਥੇ ਪਹਿਲਾਂ ਅਸਲੇ ਦੇ ਇਹ ਬੰਦੂਕਾਂ ਦੀ ਗੱਲਾਂ ਹੁੰਦੀਆਂ ਸੀ, ਪਰ ਹੁਣ ਕਿਸਾਨੀ ਦੇ ਗਾਣੇ ਚੱਲ ਰਹੇ ਨੇ। ਤਾਂ ਸਰਦਾਰ ਅਲੀ ਜੀ ਨਾਲ ਗੱਲ ਕਰਦੇ ਹਾਂ। ਸਰਦਾਰ ਅਲੀ, ਤੁਹਾਡਾ ਸਵਾਗਤ ਹੈ ਡੇਲੀ ਪੋਸਟ ਤੇ ਜੀ। ਸਭ ਤੋਂ ਪਹਿਲਾਂ ਸਟੇਜ ਤੇ ਤੁਸੀਂ ਗਏ ਸੀ ਅੱਜ ਤੇ ਹਾਜ਼ਰੀ ਲਵਾ ਕੇ ਆਏ ਹੋ, ਉਹਦੇ ਬਾਰੇ ਹੀ ਜਾਣਕਾਰੀ ਚਾਹੋ, ਕਿੱਦਾਂ ਦਾ ਮਾਹੌਲ ਲੱਗ ਰਿਹਾ ਹੈ, ਦੂਸਰੇ ਵਿਜ਼ਿਟ ਹੈ ਤੁਹਾਡਾ। मैं कहाँ था इस करम के काबिल, हजूर की बंदा परवरी है। ये सब उन्होंने सतगुਰਾਂ ਦੀ ਰਹਿਮਤ ਹੈ, ਉਹਨਾਂ ਮੁਰਸ਼ਿਦਾਂ ਦਾ ਸਦਕਾ ਕਿ ਐਡੀ ਵੱਡੀ ਸਟੇਜ ਦੇ ਉੱਪਰ ਤੁਹਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ, ਉਹ ਵੀ ਉਸ ਸਟੇਜ ਦੇ ਉੱਪਰ ਜਿਹੜੀ ਇੱਕ ਸਤਿਕਾਰਤ ਸਟੇਜ ਹੈ ਔਰ ਜਿਹਦੀ ਇੱਕ ਮਰਿਆਦਾ। ਅਸੀਂ ਬਾਕੀ ਜਗ੍ਹਾ ਪ੍ਰੋਗਰਾਮ ਕਰਦੇ ਹਾਂ ਤੇ ਉਹ ਅਸੀਂ ਕਈ ਵਾਰੀ ਇੱਧਰ ਉੱਧਰ ਵੀ ਚੱਲ ਜਾਂਦੇ ਹਾਂ, ਬਟ ਇਹ ਅੱਜ ਦੀ ਜਿਹੜੀ ਸਟੇਜ ਸੀਗੀ 2 ਦਿਨ ਦੀ, ਕੱਲ੍ਹ ਦੀ ਤੇ ਅੱਜ ਜਿਹੜੀ ਸਟੇਜ ਸੀਗੀ, ਇਹ ਬਿਲਕੁਲ ਮਰਿਆਦਾ ਦੀ ਸਟੇਜ ਸੀ, ਕਿਉਂਕਿ ਇਹ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਦੀ ਸਟੇਜ ਸੀ ਜਿਨ੍ਹਾਂ ਨੇ ਕੌਮ ਲਈ, ਮਜ਼ਹਬ ਲਈ, ਧਰਮ ਲਈ, ਹੱਕਾਂ ਲਈ ਆਪਣੀਆਂ ਜਿੰਦਾਂ ਕੁਰਬਾਨ ਕੀਤੀਆਂ। ਛੋਟੇ ਸਾਹਿਬਜ਼ਾਦਿਆਂ ਨੂੰ ਮੇਰਾ ਸਜਦਾ, ਮੇਰਾ ਸਲਾਮ ਹੈ। ਮੇਰਾ ਹਰ ਉਸ ਸ਼ਹੀਦ ਨੂੰ ਸਲਾਮ ਹੈ ਜਿਹੜਾ ਆਪਣੇ ਹੱਕਾਂ ਲਈ ਆਪਣੀ ਕੁਰਬਾਨੀ ਦੇ ਕੇ ਗਿਆ। ਮੇਰਾ ਉਹਨਾਂ ਸ਼ਹੀਦਾਂ ਨੂੰ ਵੀ ਸਲਾਮ ਹੈ ਜਿਹੜੇ ਇਸ ਸੰਘਰਸ਼ ਦੇ ਵਿੱਚ ਲੜਾਈ ਕਰਦੇ ਹੋਏ ਸ਼ਹੀਦ ਹੋਏ ਨੇ, ਮੇਰਾ ਉਹਨਾਂ ਨੂੰ ਵੀ ਸਲਾਮ ਹੈ। ਮੈਂ ਇਸ ਮੌਕੇ ਮੈਂ ਕਿਸਾਨੀ ਸੰਘਰਸ਼ ਦੇ ਨਾਲ ਨਾਲ ਮੈਂ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਨ ਵਾਸਤੇ ਪਹੁੰਚਿਆ। ਤੁਸੀਂ ਕੁਰਾਨ ਦੀ ਗੱਲ ਕੀਤੀ ਸਟੇਜ ਦੇ ਉੱਤੇ ਬੈਠ ਕੇ, ਤਾਂ ਮਾਹੌਲ ਬੜਾ ਆਪਾਂ ਕਹਿ ਸਕਦੇ ਜਕਾਰੇ ਲੱਗਣ ਲੱਗੇ ਸੀ। ਇੱਕ ਵਾਰ ਚਾਹਾਂਗੇ ਉਹ ਗੱਲ ਜਿਹੜੀ ਸਾਂਝੀ ਕੀਤੀ ਜਾਵੇ। ਉਹ ਇਹ ਹੈ, ਦੇਖੋ 2 ਚੀਜ਼ਾਂ। ਲੋਕ ਕਹਿੰਦੇ ਆ ਸਿੱਖ ਧਰਮ ਅਲੱਗ ਹੈ, ਮੁਸਲਿਮ ਧਰਮ ਅਲੱਗ ਹੈ, ਹਿੰਦੂ ਧਰਮ ਅਲੱਗ ਹੈ। ਮੈਂ ਇੱਕ ਐਸੀ ਗੱਲ ਦੱਸਣ ਲੱਗਾ ਜਿਹਦੇ ਵਿੱਚ ਉੱਪਰ ਸਾਰੇ ਧਰਮ ਇੱਕ ਸੋਚ ਲੈ ਕੇ ਇਕੱਠੇ ਹੋ ਜਾਂਦੇ ਆ। ਮੰਨ ਲਓ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਚਮਕੌਰ ਦੀ ਗੜੀ ਦੇ ਵਿੱਚ, ਤੇ ਉਸ ਟਾਈਮ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਰਵਾਨਾ ਹੋ ਰਹੇ ਨੇ, ਉਹਨਾਂ ਦਾ ਘੋੜਾ ਅੱਗੇ ਜਾਣ ਲਈ ਤਿਆਰ ਨਹੀਂ, ਤੇ ਉਤਰ ਕੇ ਦੇਖਦੇ ਨੇ ਕਿ ਕੀ ਗੱਲ ਹੈ, ਸਾਹਮਣੇ ਕੀ ਹੈ, ਤੇ ਅਚਾਨਕ
ਅਰਸ਼ੀ ਬਿਜਲੀ ਜਿਹੜੀ ਹੈ ਚਮਕਦੀ ਹੈ, ਅਸਮਾਨੀ ਬਿਜਲੀ ਚਮਕਦੀ ਹੈ ਤੇ ਚਮਕ ਦੇ ਨਾਲ ਪਤਾ ਲੱਗਦਾ ਹੈ ਕਿ ਇਹ ਸ਼ਹੀਦਾਂ ਦਾ ਮੈਦਾਨ ਹੈ। ਇਹ ਉਹ ਮੈਦਾਨ ਆ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ। ਠੀਕ ਹੈ ਜੀ। ਤੇ ਇੱਕ ਬਾਪ ਕਿੱਡਾ ਜਿਗਰੇ ਵਾਲਾ ਬਾਪ ਹੋਏਗਾ ਜਿਹਦੇ ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਸ਼ਹੀਦ ਹੋਇਆਂ ਦੀਆਂ। ਤੇ ਬਟ ਉਹ ਉੱਥੇ ਆਪਣੀ ਉਹ ਮੋਹ ਮਮਤਾ ਨੂੰ ਛੱਡ ਕੇ, ਬਾਪ ਦੇ ਪਿਆਰ ਨੂੰ ਛੱਡ ਕੇ ਇੱਕ ਸ਼ਹੀਦਾਂ ਦੇ ਮਕਾਮ ਨੂੰ ਸੈਲੂਟ ਕਰਦਾ, ਸਲਾਮ ਕਰਦਾ, ਸਜਦਾ ਕਰਦਾ। ਕੀ ਕਰਦੇ? ਉਹ ਆਪਣੇ ਜੋੜੇ ਉਤਾਰਦੇ ਆ, ਆਪਣੀਆਂ ਜੁੱਤੀਆਂ ਉਤਾਰਦੇ ਆ। ਮੈਂ ਗੱਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਉਹ ਆਪਣੀ ਜੁੱਤੀਆਂ ਉਤਾਰਦੇ ਆ ਤੇ ਹੱਥ 'ਚ ਫੜ ਕੇ ਉਹ ਜਦੋਂ ਲੰਘਦੇ ਆ ਤੇ ਸਿੰਘ ਪੁੱਛਦੇ ਨੇ ਕਿ ਹਜ਼ੂਰ ਇਦਾਂ ਕਿਉਂ ਕੀਤਾ? ਤਾਂ ਉਹ ਕਹਿੰਦੇ ਕਿ ਇਹ ਸ਼ਹੀਦ ਨੇ, ਕਿਤੇ ਮੇਰੇ ਕੋਲੋਂ ਇਹਨਾਂ ਦੀ ਬੇਅਦਬੀ ਨਾ ਹੋ ਜਾਵੇ ਤੇ ਮੇਰੇ ਜੋੜੇ ਨਾ ਇਹਨਾਂ ਨੂੰ ਲੱਗ ਜਾਣ। ਉੱਥੇ ਪੁੱਤਰਾਂ ਦੀ ਗੱਲ ਨਹੀਂ ਹੈ, ਉੱਥੇ ਸ਼ਹੀਦਾਂ ਦੀ ਗੱਲ ਹੈ। ਅਗਲਾ ਸਵਾਲ ਫਿਰ ਸਿੰਘ ਕਰਦੇ ਨੇ ਕਿ ਜੀ ਮਹਾਰਾਜ ਤੁਹਾਡੇ ਬੱਚੇ ਨੇ, ਤੁਹਾਡੇ ਪੁੱਤਰ ਨੇ, ਆਪਾਂ ਇਹਨਾਂ ਤੇ ਕੱਪੜਾ ਤਾਂ ਪਾ ਦਈਏ, ਦੋ ਨੇ ਨਾ। ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਅਗਲੀ ਗੱਲ ਕਰਦੇ ਨੇ ਕਿ ਸਿੰਘੋ ਸਾਡੇ ਕੋਲ ਕੱਪੜਾ ਬੜਾ ਘੱਟ ਹੈ, ਪਰ ਮੇਰੇ ਸ਼ਹੀਦਾਂ ਦੀ ਫੌਜ ਬੜੀ ਲੰਬੀ ਹੈ। ਇਹ ਮੇਰੇ ਦੋ ਨਹੀਂ, ਮੇਰੇ ਪਤਾ ਹੀ ਨਹੀਂ ਕਿੰਨੇ ਕੁ ਪੁੱਤਰ ਇੱਥੇ ਸ਼ਹੀਦ ਹੋਏ ਨੇ, ਸਾਰੇ ਮੇਰੇ ਪੁੱਤਰ ਨੇ। ਇਹ ਸ਼ਹੀਦਾਂ ਦਾ ਮਕਾਮ ਹੈ। ਇਹੀ ਗੱਲ ਸੇਮ ਕੁਰਾਨ ਦੇ ਵਿੱਚ ਹੈ। ਅੱਲਾਹ ਪਾਕ ਫਰਮਾਉਂਦੇ ਨੇ ਕੁਰਾਨ ਦੇ ਵਿੱਚ ਇੱਕ ਆਇਤ ਦੇ ਜ਼ਰੀਏ ਕਿ ਮੇਰੇ ਨਜ਼ਦੀਕ ਸ਼ਹੀਦਾਂ ਦਾ ਮਕਾਮ ਇਹ ਹੈ ਕਿ ਉਹ ਤਾ ਕਿਆਮਤ ਤੱਕ ਜ਼ਿੰਦਾ ਨੇ। ਜਿਵੇਂ ਦੁਨੀਆ 'ਚ ਖਾਂਦੇ ਪੀਂਦੇ ਉੱਠਦੇ ਬੈਠਦੇ ਸੌਂਦੇ ਸੀ, ਉਸੇ ਤਰ੍ਹਾਂ ਉਹ ਆਪਣੀਆਂ ਆਪਣੀਆਂ ਕਬਰਾਂ ਦੇ ਵਿੱਚ ਆਰਾਮ ਫਰਮਾ ਨੇ ਤੇ ਮੇਰੇ ਨਜ਼ਦੀਕ ਜ਼ਿੰਦਾ ਨੇ। ਤੇ ਮੇਰੇ ਰਸਤੇ ਤੇ ਸ਼ਹੀਦ ਹੋਣ ਵਾਲਿਆਂ ਨੂੰ ਕਦੇ ਮੁਰਦਾ ਨਾ ਕਹਿ ਦੇਣਾ। ਔਰ ਦੂਸਰੀ ਗੱਲ, ਜਦੋਂ ਜੰਨਤ ਦੇ ਵਿੱਚ ਜਾਣ ਦਾ ਫੈਸਲਾ ਆਏਗਾ ਤੇ ਸਭ ਤੋਂ ਪਹਿਲਾਂ ਸ਼ਹੀਦ ਜੰਨਤ ਦੇ ਵਿੱਚ ਜਾਣਗੇ। ਉਹ ਕਿਸੇ ਵੀ ਧਰਮ ਦੇ ਹੋਣ, ਮਜ਼ਹਬ ਦੇ ਹੋਣ। ਕੋਈ ਇੱਥੇ ਮੁਸਲਮਾਨ ਨਹੀਂ ਕਿਹਾ ਕਿ ਮੁਸਲਮਾਨਾਂ ਦੇ ਸ਼ਹੀਦ ਹੀ ਇਕੱਲੇ ਜਾਣਗੇ। ਕੌਮ ਲਈ, ਧਰਮ ਲਈ ਸ਼ਹੀਦ ਹੋਣ ਵਾਲੇ, ਮੈਂ ਯਕੀਨ ਰੱਖਦਾ ਕਿ ਜਿਹੜੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਨਾ, ਮੈਨੂੰ ਪ੍ਰੋਪਰ ਗਿਣਤੀ ਨਹੀਂ ਪਤਾ ਉਹਨਾਂ ਦੀ, ਜਿਹੜੇ ਇਸ ਸੰਘਰਸ਼ ਦੇ ਵਿੱਚ ਲੜਾਈ ਲੜਦੇ ਕਿਸਾਨਾਂ ਦੇ, ਇਨਸਾਨਾਂ ਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਚਾਹੇ ਕੋਈ ਟਰਾਲੀਓਂ ਡਿੱਗਿਆ, ਚਾਹੇ ਕੋਈ ਹਾਰਟ ਅਟੈਕ ਨਾਲ ਹੋਇਆ, ਸ਼ਹੀਦ ਨੇ। ਤੇ ਉਹ ਮੇਰਾ ਯਕੀਨ ਹੈ ਕਿ ਉਹ ਜੰਨਤੀ ਨੇ, ਉਹ ਜੰਨਤ ਦੇ ਵਿੱਚ ਜਾਣਗੇ। ਸੋ ਇਹ ਜਕਾਰੇ ਇਸ ਕਰਕੇ ਲੱਗੇ ਨੇ ਕਿ ਯਾਰ ਅਸੀਂ ਕਿੱਥੇ ਭੁੱਲੇ ਫਿਰਦੇ ਹਾਂ, ਸਾਰਾ ਕੁਝ ਇੱਕੋ ਹੀ ਆ। ਗੁਰੂ ਗ੍ਰੰਥ ਸਾਹਿਬ ਉਹੀ ਕੁਝ ਕਹਿ ਰਿਹਾ, ਏਕ ਓਂਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਇਹੀ ਕੁਰਾਨ ਦੇ ਵਿੱਚ ਕੁਲ ਹਵੱਲਾਹੁ ਆਹਦ ਅੱਲਾਹੁ ਸਮਦ ਲਾਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੂ ਕੁਫੁਵਨ ਆਹਦ। ਸੇਮ ਹੈ, ਯੂਨਿਟੀ ਇਕੱਠੀ ਹੋ ਚੁੱਕੀ ਹੈ। ਸਭ ਤੋਂ ਵੱਡਾ ਇਹੀ ਹੈ ਜਿਹੜਾ ਸਾਹਮਣੇ ਆਈ ਹੈ ਕਿ ਆਪਸੀ ਮੇਲ ਮਿਲਾਪ ਵੱਧ ਗਿਆ ਇਹਦੇ 'ਚ। ਦੇਸ਼ਾਂ ਵਿਦੇਸ਼ਾਂ 'ਚੋਂ ਵੀ ਕਿਸਾਨ ਪਹੁੰਚ ਰਿਹਾ ਸਮਰਥਨ ਵਾਸਤੇ, ਪਰਿਵਾਰਾਂ ਦੇ ਪਰਿਵਾਰ ਪਹੁੰਚ ਰਿਹਾ। 3 ਨੂੰ ਮੀਟਿੰਗ ਹੈ, ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਬਹੁਤ ਹੋ ਗਿਆ, ਹੁਣ ਤੁਸੀਂ ਸਾਡੀਆਂ ਬੇਨਤੀਆਂ ਸਵੀਕਾਰ ਕਰੋ। ਇਹ ਤੁਹਾਡਾ ਕਿਸਾਨ ਆ ਜਿਹੜਾ ਸੜਕਾਂ ਤੇ ਰੁਲ ਰਿਹਾ। ਅਸੀਂ ਤੁਹਾਡੇ ਵੋਟਰ ਵੀ ਹਾਂ, ਤੁਹਾਡੇ ਕਿਸਾਨ ਵੀ ਹਾਂ, ਤੁਹਾਡੇ ਵੋਟਰ ਵੀ ਹਾਂ। ਸੜਕਾਂ ਤੇ ਰੁਲ ਰਹੇ ਹਾਂ, ਸਾਡੇ ਤੇ ਤਰਸ ਖਾਓ। ਸਾਡੇ ਛੋਟੇ ਛੋਟੇ ਬੱਚੇ, 80-80 ਸਾਲ ਦੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਇੱਥੇ ਠੰਡ ਦੇ ਵਿੱਚ ਮਰ ਰਹੀਆਂ ਨੇ। ਥੋੜਾ ਤਰਸ ਖਾਓ। ਸਾਡੇ ਪ੍ਰਧਾਨ ਮੰਤਰੀ ਜੀ, ਤੁਹਾਨੂੰ ਉਹ ਪਾਕਿਸਤਾਨ ਜਿਹਦੀ ਤੁਸੀਂ ਬੁਰਾਈ ਕਰਦੇ ਨਹੀਂ ਥੱਕਦੇ, ਪਾਕਿਸਤਾਨ ਨੇ ਇਹ ਕਰ ਦਿਆ, ਪਾਕਿਸਤਾਨ ਨੇ ਉਹ ਕਰ ਦਿਆ, ਤੁਸੀਂ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਨਮ ਦਿਨ ਤੇ ਜਾ ਸਕਦੇ ਹੋ ਹੈ? ਤੇ ਜਿਹੜਾ ਤੁਹਾਡਾ ਵੋਟਰ ਇੱਥੇ ਮਰ ਰਿਹਾ, ਸੜ ਰਿਹਾ, ਤੁਸੀਂ ਉਹਦੀ ਖਬਰਸਾਰ ਲੈਣ ਲਈ ਕਿਸੇ ਛੋਟੇ ਮੋਟੇ ਕਿਸੇ ਅਫਸਰ ਨੂੰ ਹੀ ਭੇਜ ਦਿਓ। ਦੇਸ਼ ਦੇ ਅੰਨਦਾਤਾ ਸ਼ਹੀਦ ਹੋਏ ਇੱਥੇ ਬਹੁਤ ਜ਼ਿਆਦਾ, ਫਿਰ ਵੀ ਪ੍ਰਧਾਨ ਮੰਤਰੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ, ਜਾਂ ਕੋਈ ਸ਼ਹੀਦੀ ਕੁਝ ਵੀ ਮੈਸੇਜ ਦਿੱਤਾ ਜਾਂ ਟਵੀਟ ਕੀਤਾ? ਕੋਈ ਟਵੀਟ ਕਰ ਦਿੰਦੇ, ਕੋਈ ਫੇਸਬੁੱਕ ਪੋਸਟ ਪਾ ਦਿੰਦੇ। ਮਾਸ਼ਾਅੱਲਾ ਉਹਨਾਂ ਦੇ ਤਾਂ ਬਹੁਤ ਜਿਹੜੀ ਫੋਲੋਵਰਸ ਬਹੁਤ ਨੇ ਉਹਨਾਂ ਦੇ। ਸਾਡਾ ਇਹ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ। ਅਸੀਂ ਵੀ ਮੰਨਦੇ ਹਾਂ। ਜਿਹੜੇ ਹੁਣ ਕੰਮ ਹੋ ਰਿਹਾ ਹੈ, ਤੁਹਾਨੂੰ ਲੱਗਦਾ ਹੈ ਟੁੱਟੂਗੀ ਫੈਨ ਫੋਲੋਇੰਗ? ਟੁੱਟ ਹੀ ਚੁੱਕੀ ਹੈ ਫਿਰ, ਕਿਉਂਕਿ ਲੱਖਾਂ ਤਾਦਾਦ 'ਚ ਕਿਸਾਨ ਬੈਠੇ ਆ, ਵਿਦੇਸ਼ਾਂ 'ਚੋਂ ਪਰਿਵਾਰ ਆ ਰਿਹਾ, ਇਹ ਟੁੱਟੂਗੀ ਇਹਨਾਂ ਦੀ ਵੀ। 2021 ਦੇ ਵਿੱਚ ਪੰਜਾਬ ਨੇ ਇਹ ਇਤਿਹਾਸ ਦਰਜ ਕਰਨਾ ਕਿ ਅਸੀਂ ਸਰਕਾਰ ਚੁਣਨਾ ਜਾਣਦੇ ਹਾਂ। ਸਾਨੂੰ ਪਤਾ ਕਿ ਅਸੀਂ ਸਰਕਾਰ ਕਿਹੋ ਜਿਹੀ ਲੈ ਕੇ ਆਉਣੀ ਹੈ, ਤੇ ਉੱਥੇ ਇਤਿਹਾਸ ਦਰਜ ਹੋਊਗਾ ਤੇ ਸੈਂਟਰ ਦੇ ਵਿੱਚ ਵੀ ਇਤਿਹਾਸ ਦਰਜ ਹੋਊਗਾ। ਠੀਕ ਹੈ। ਇਹ ਸਰਕਾਰ ਜਿਹੜੀ ਸਰਕਾਰ ਆਪਣੇ ਆਪ ਨੂੰ ਅੱਜ ਸ਼ਾਹੀ ਤਖਤ ਦੇ ਉੱਪਰ ਬੈਠਾ ਮਹਿਸੂਸ ਕਰ ਰਹੀ ਆ। ਮੈਂ ਇਹਦੇ ਬਾਰੇ ਇੱਕ ਹੋਰ ਗੱਲ ਇੱਥੇ ਥੋੜੀ ਹੋਰ ਐਡ ਕਰ ਦਿੰਦਾ। ਇੱਕ ਸਰਕਾਰ ਹੁੰਦੀ ਆ ਹੈਂਡਮੇਡ, ਜਿਹਨੂੰ ਆਪਾਂ ਹੱਥੀਂ ਚੁਣਦੇ ਹਾਂ। ਇੱਕ ਚੀਜ਼ ਹੁੰਦੀ ਹੈ ਰੈਡੀਮੇਡ। ਇਹ EVM ਦੀ ਰੈਡੀਮੇਡ ਸਰਕਾਰ ਹੈ, ਇਹ ਹੈਂਡਮੇਡ ਸਰਕਾਰ ਨਹੀਂ ਹੈ। ਠੀਕ ਹੈ। ਹੈਂਡਮੇਡ ਸਰਕਾਰ ਹੁੰਦੀ ਨਾ ਤੇ ਉਹ ਸਾਡੇ ਤੇ ਜ਼ਬਰ ਜ਼ੁਲਮ ਨਾ ਕਰਦੀ। ਇਹ EVM ਮਸ਼ੀਨ ਦੀ ਪੈਦਾਇਸ਼ ਹੈ। ਤੇ ਮੈਂ ਤੁਹਾਨੂੰ ਇਹ ਡੇਲੀ ਪੋਸਟ ਵਾਲਿਆਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਇਹਨੂੰ ਹਾਈਲਾਈਟ ਕਰੋ ਕਿ EVM ਦਾ ਬਾਈਕਾਟ ਹੋਣਾ ਚਾਹੀਦਾ ਇਸੇ ਸੰਘਰਸ਼ ਦੇ ਵਿੱਚ।
ਇਹ ਚੀਜ਼ ਵੀ ਦਰਜ ਹੋਣੀ ਚਾਹੀਦੀ ਹੈ ਕਿ ਈਵੀਐਮ ਮਸ਼ੀਨ ਦਾ ਬਾਈਕਾਟ, ਜਿਹੜੇ ਦੇਸ਼ਾਂ ਨੇ ਇਹ ਮਸ਼ੀਨਾਂ ਬਣਾਈਆਂ ਉਹ ਆਪ ਤਾਂ ਵਰਤਦੇ ਨਹੀਂ, ਉਹਨਾਂ ਦੇ ਕਾਗਜ਼ ਚੱਲਦਾ ਤੇ ਸਾਨੂੰ ਇਹ ਬਣਾ ਕੇ ਦੇ ਦੀਆਂ ਵੀ ਤੁਸੀਂ ਜ਼ਬਰ ਜ਼ੁਲਮ ਕਰੋ ਤੇ ਆਪਣੀ ਤਾਨਾਸ਼ਾਹੀ ਚਲਾਵੋ। ਸੋ ਇਹ ਜਿਹੜੀਆਂ ਸਰਕਾਰਾਂ ਨੇ ਇਸੇ ਕਰਕੇ ਨਹੀਂ ਸੁਣ ਰਹੀਆਂ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਵੋਟਰ ਦਾ ਦੁੱਖ ਕੀ ਹੁੰਦਾ। ਆਪਣੇ ਹੱਕ ਲੈਣੇ ਹੀ ਪੈਣੇ ਆ ਪੱਕੇ, ਯਾਨੀ ਜਿਹੜੇ ਇਰਾਦੇ ਦ੍ਰਿੜ ਹੋ ਚੁੱਕੇ। ਹੱਕ ਦੀ ਲੜਾਈ ਇਹ ਹੱਕ ਅਸੀਂ ਖੋ ਕੇ ਲੈਣਾ, ਹੱਕ ਦੀ ਲੜਾਈ ਇਹ ਹੱਕ ਅਸੀਂ ਖੋ ਕੇ ਲੈਣਾ। ਆਓ ਸਾਰੇ ਵਾਅਦਾ ਕਰੋ ਇਕਜੁੱਟ ਹੋ ਕੇ ਰਹਿਣਾ, ਆਓ ਸਾਰੇ ਵਾਅਦਾ ਕਰੋ ਇਕਜੁੱਟ ਹੋ ਕੇ ਰਹਿਣਾ। ਇਕੱਠੀ ਲਲਕਾਰ ਜਦੋਂ ਵਜੂ ਜਗਦੀ, ਉਹ ਜਦੋਂ ਵਜੂ ਜਗਦੀ, ਉਹ ਦਿੱਲੀ ਮਾਫੀ ਮੰਗੂ, ਦਿੱਲੀ ਮਾਫੀ ਮੰਗੂ, ਮੋਦੀ ਮਾਫੀ ਮੰਗੂ ਆ ਕੇ ਮੈਨੂੰ ਸੌ ਰੱਬ ਦੀ, ਦਿੱਲੀ ਮਾਫੀ ਮੰਗੂ ਆ ਕੇ ਮੈਨੂੰ ਸੌ ਰੱਬ ਦੀ, ਮੋਦੀ ਮਾਫੀ ਮੰਗੂ ਆ ਕੇ ਮੈਨੂੰ ਸੌ ਰੱਬ ਦੀ। ਯਕੀਨਨ ਉਹ ਬੰਦਾ ਵੱਡਾ ਹੁੰਦਾ ਜਿਹੜਾ ਆਪਣੀ ਗਲਤੀ ਨੂੰ ਰਿਅਲਾਈਜ਼ ਕਰ ਲਵੇ। ਪ੍ਰਧਾਨ ਮੰਤਰੀ ਜੀ, ਤੁਸੀਂ ਵੀ ਇਨਸਾਨ ਹੋ ਤੇ ਤੁਹਾਡੇ ਕੋਲੋਂ ਵੀ ਗਲਤੀ ਹੋ ਸਕਦੀ ਹੈ। ਜੇ ਕਿਸਾਨਾਂ ਲਈ ਤੁਹਾਡੇ ਤੋਂ ਗਲਤੀ ਹੋਈ ਹੈ ਤੇ ਤੁਸੀਂ ਰਿਅਲਾਈਜ਼ ਕਰੋ। ਸਾਡੇ ਜਿਗਰੇ ਬੜੇ ਵਿਸ਼ਾਲ ਨੇ, ਅਸੀਂ ਖਿੜੇ ਮੱਥੇ ਤੁਹਾਨੂੰ ਬੁੱਕਲ ਦੇ ਵਿੱਚ ਲਵਾਂਗੇ, ਫਿਰ ਉਸੇ ਤਰ੍ਹਾਂ ਤੁਹਾਨੂੰ ਮੁਹੱਬਤ ਕਰਾਂਗੇ, ਪਿਆਰ ਕਰਾਂਗੇ। ਸਾਡੇ ਦੁੱਖ ਨੂੰ ਸੁਣੋ। ਧੰਨਵਾਦ ਜੀ। ਸੋ ਇਸ ਸਰਦਾਰ ਅਲੀ ਜਿਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਕਿਸਾਨ ਸੰਘਰਸ਼ ਕਰ ਰਿਹਾ, ਤਾਂ ਹੁਣ ਮੌਕਾ ਹੈਗਾ ਪ੍ਰਧਾਨ ਮੰਤਰੀ ਕੋਲੇ ਕਿਸਾਨਾਂ ਦੀ ਮੰਗਾਂ ਪੂਰੀਆਂ ਕਰਕੇ ਆਪਣੀ ਛਵੀ ਸੁਧਾਰਨ ਦਾ। ਕੈਮਰਾਮੈਨ ਦੇਸਰਾ ਤੇ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਕੁੰਡਲੀ ਬਾਰਡਰ, ਦਿੱਲੀ।